ਸੁਪਰੀਮ ਕੋਰਟ ਦਾ ਤੁਸੀਂ ਦੇਖਿਆ ਹੀ ਆ ਕਿ ਕਿੱਦਾਂ ਫੈਸਲੇ ਸਰਕਾਰਾਂ ਦੇ ਹੱਕ ਵਿੱਚ ਆਉਂਦੇ ਆ। ਅੱਗੇ ਬਾਬਰੀ ਮਸਜਿਦ ਦਾ ਜਿਹੜਾ ਸੀਗਾ ਉਹਨਾਂ ਨੇ ਉਹਨੂੰ ਢਾਹ ਕੇ ਰਾਮ ਮੰਦਿਰ ਬਣਾ ਲਿਆ। ਉਸ ਵੇਲੇ ਉਹ ਜਿਹੜਾ ਸੁਪਰੀਮ ਕੋਰਟ ਦਾ ਜੱਜ ਸੀ ਸੀਨੀਅਰ, ਜਾ ਕੇ ਉਹਨੂੰ ਸੀਟ ਦਿੱਤੀ ਰਾਜ ਸਭਾ ਦੇ ਵਿੱਚ। ਯੂਐਨਓ ਦੇ ਵਿੱਚ ਇੱਕ ਚਾਰਟਰ ਪੇਸ਼ ਹੋਇਆ ਕਿ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਕਿਸਾਨ ਆ ਜਾਂ ਹੋਰ ਕੰਮ ਕਰਨ ਵਾਲੇ ਲੋਕ ਆ, ਉਹਨਾਂ ਦੇ ਲਈ ਤੁਸੀਂ ਕੋਈ ਉਹਨਾਂ ਤੋਂ ਪੁੱਛੇ ਤੋਂ ਬਗੈਰ ਕੋਈ ਕਾਨੂੰਨ ਨਹੀਂ ਬਣਾ ਸਕਦੇ। ਸੋ ਸਾਨੂੰ ਸੁਪਰੀਮ ਕੋਰਟ ਦੇ ਉੱਤੇ ਅਸੀਂ ਬਿਲਕੁਲ ਨਹੀਂ ਕਮੇਟੀਆਂ 'ਚ ਯਕੀਨ ਰੱਖਦੇ। ਕਮੇਟੀਆਂ ਇੱਥੇ 5-5 10-10 ਸਾਲ ਦੀਆਂ ਨਾ ਫੈਸਲਾ ਦੇ ਸਕਦੀਆਂ। ਸਾਨੂੰ ਤਾਂ ਹੁਣੇ ਫੈਸਲਾ ਚਾਹੀਦਾ। ਅਸੀਂ ਕਿਸਾਨ ਆਪ ਮਜ਼ਦੂਰ ਤਬਕਾ ਜੋ ਵੀ ਅਸੀਂ ਆਪਣੇ ਸੰਘਰਸ਼ ਨਾਲ ਲਵਾਂਗੇ। ਸਾਨੂੰ ਤਾਂ ਬਸ ਕਾਨੂੰਨ ਵਾਪਸ ਹੋਣੇ ਚਾਹੀਦੇ। ਅਸੀਂ ਤਾਂ ਹੀ ਉੱਥੋਂ ਹਿੱਲਾਂਗੇ, ਨਹੀਂ ਇੱਥੇ ਬੈਠੇ ਰਵਾਂਗੇ। ਸੁਪਰੀਮ ਕੋਰਟ ਚਾਹੇ ਸਾਨੂੰ ਕੁਛ ਵੀ ਕਵੇ, ਉਠਾਲਣ ਦੀ ਕੋਸ਼ਿਸ਼ ਕਰੇ, ਅਸੀਂ ਨਹੀਂ ਉੱਠਾਂਗੇ। ਸਾਡੇ ਸਭ ਲੋਕ ਉੱਥੇ ਹੀ ਬੈਠੇ ਰਹਿਣਗੇ। ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਪੰਜਾਬ ਹੀ ਨਹੀਂ, ਹਰਿਆਣਾ, ਹਿਮਾਚਲ ਜਾਂ ਦੇਸ਼ ਦੇ ਕਿਸੇ ਵੀ ਸਟੇਟ ਦੀ ਗੱਲ ਕਰੀਏ ਤਾਂ ਉੱਥੇ ਦਾ ਕਿਸਾਨ ਠੰਡੀ ਸੀਤ ਦੀਆਂ ਲਹਿਰਾਂ ਦੇ ਵਿੱਚ, ਬਿਅਤ ਦੀ ਠੰਡ ਦੇ ਵਿੱਚ, ਵਰਦੇ ਮੀਂਹ ਦੇ ਵਿੱਚ ਵੀ ਆਪਣੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਡਟਿਆ ਹੋਇਆ ਹੈ। ਭਾਵੇਂ ਕੇਂਦਰ ਸਰਕਾਰ ਔਰ ਕਿਸਾਨਾਂ ਦੇ ਵਿਚਕਾਰ 8 ਮੀਟਿੰਗਾਂ ਜਿਹੜੀਆਂ ਬੇਸਿੱਟਾ ਗਈਆਂ, ਹੁਣ ਜਿਹੜੀ ਇੱਕ ਪਟੀਸ਼ਨ ਨਵੀਂ ਪਾਈ ਗਈ ਸੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਲੈਂਦੀ ਗਈ ਸੀ, ਜਿਹਦੇ ਵਿੱਚ ਕੱਲ੍ਹ ਸੁਣਵਾਈ ਹੋਈ। ਅੱਜ ਜਿਹੜਾ ਕਿ ਕੁਝ ਪਲਾਂ ਵਿੱਚ ਕੋਈ ਵੀ ਫੈਸਲਾ ਜਿਹੜਾ ਆ ਸਕਦਾ ਹੈ। ਸੁਪਰੀਮ ਕੋਰਟ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੇਂਦਰ ਨੂੰ ਇੱਕ ਜਿੱਥੇ ਫਟਕਾਰ ਪਾਈ ਗਈ ਆ, ਉੱਥੇ ਹੀ ਕਿਸਾਨਾਂ ਲਈ ਗੱਲ ਕਹੀ ਹੈ ਕਿ ਤੁਸੀਂ ਇੱਕ ਕਮੇਟੀ ਬਣਾਵੋ, ਜਾਂ ਫਿਰ ਕੇਂਦਰ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਰੱਦ ਨਹੀਂ ਕਰ ਸਕਦੇ ਤਾਂ ਅਸੀਂ ਹੋਲਡ ਕਰ ਸਕਦੇ ਹਾਂ। ਪਰ ਕੇਂਦਰ ਦੀ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਕੀ ਇਸ ਫੈਸਲੇ ਨੂੰ ਲੈ ਕੇ ਪ੍ਰਤੀਕਰਨ ਆਉਂਦਾ ਹੈ? ਕਿਉਂਕਿ ਸਾਡੇ ਨਾਲ ਕੁਝ, ਅਸੀਂ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਉੱਥੇ ਖੜੇ ਹਾਂ ਜਿੱਥੇ ਰਿਲਾਇੰਸ ਸਟੋਰ ਦੇ ਜਿਹੜਾ ਕਿ ਅੰਦੋਲਨ ਸ਼ੁਰੂ ਹੋਇਆ ਸੀ, ਜਿਹਨੂੰ ਅੱਜ 100 ਦਿਨ ਤੋਂ ਉੱਪਰ ਹੋ ਗਿਆ। ਇਹ ਇੱਥੇ ਧਰਨਾ ਲਗਾਤਾਰ ਜਿਹੜਾ ਨਿਰੰਤਰ ਚੱਲ ਰਿਹਾ ਹੈ। ਅੱਜ ਕੁਝ ਸਾਡੇ ਨਾਲ ਕਿਸਾਨ ਮਹਿਲਾਵਾਂ ਨੇ, ਗੱਲ ਕਰਦੇ ਹਾਂ ਕਿ ਅੱਜ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਹੈ ਉਹਦੀ ਸੁਣਵਾਈ ਚੱਲ ਰਹੀ ਆ। ਪਹਿਲਾਂ ਕੱਲ੍ਹ ਜਿਹੜੀ ਇਹ ਗੱਲ ਆਈ ਸੀ ਕਿ ਅਸੀਂ ਕਿਸਾਨਾਂ ਨੂੰ ਗੱਲ ਕਹੀਏ ਕਮੇਟੀ ਬਣਾ ਦਿੰਦੇ ਹਾਂ। ਕੀ ਲੱਗਦਾ ਕਿ ਕਿਸਾਨ ਇਹਨਾਂ ਰਾਜ਼ੀ ਹੋ ਜਾਣਗੇ ਜੇ ਕੇਂਦਰ ਕਹਿੰਦੀ ਹੈ ਕਿ ਕਮੇਟੀ, ਕੋਰਟ ਇਹ ਗੱਲ ਕਹਿੰਦਾ ਹੈ ਕਿ ਅਗਰ ਕਮੇਟੀ ਬਣਾਈ ਜਾਵੇ ਕਿਸਾਨਾਂ ਦੀ ਤੇ ਕੀ ਕਿਸਾਨ ਐਗਰੀ ਹੋਣਗੇ? ਪਹਿਲੀ ਗੱਲ ਨਹੀਂ ਜੀ, ਬਿਲਕੁਲ ਨਹੀਂ ਕਿਸਾਨ ਐਗਰੀ ਹੋਣਗੇ। ਅਸੀਂ ਤਾਂ ਜਿਹੜੇ ਸਧਾਰਨ ਥੱਲੇ ਬੰਦੇ ਆ, ਕੰਮ ਕਰਦੇ ਆ, ਉਹਨਾਂ ਦੇ ਥੱਲੇ ਅਸੀਂ ਨਹੀਂ ਐਗਰੀ। ਉਹਨਾਂ ਨੇ ਕਿੱਥੋਂ ਐਗਰੀ ਹੋਣਾ? ਸੁਪਰੀਮ ਕੋਰਟ ਦਾ ਤੁਸੀਂ ਦੇਖਿਆ ਹੀ ਆ ਕਿ ਕਿੱਦਾਂ ਫੈਸਲੇ ਸਰਕਾਰਾਂ ਦੇ ਹੱਕ ਵਿੱਚ ਆਉਂਦੇ ਆ। ਅੱਗੇ ਬਾਬਰੀ ਮਸਜਿਦ ਦਾ ਜਿਹੜਾ ਸੀਗਾ ਉਹਨਾਂ ਨੇ ਉਹਨੂੰ ਢਾਹ ਕੇ ਰਾਮ ਮੰਦਿਰ ਬਣਾ ਲਿਆ। ਉਸ ਵੇਲੇ ਉਹ ਜਿਹੜਾ ਸੁਪਰੀਮ ਕੋਰਟ ਦਾ ਜੱਜ ਸੀ ਸੀਨੀਅਰ, ਜਾ ਕੇ ਉਹਨੂੰ ਸੀਟ ਦਿੱਤੀ ਰਾਜ ਸਭਾ ਦੇ ਵਿੱਚ। ਇੱਥੇ ਅਸੀਂ ਸੁਪਰੀਮ ਕੋਰਟ ਦੇ ਉੱਤੇ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰ ਸਕਦੇ। ਜਾਂ ਤਾਂ ਉਹਨਾਂ ਨੂੰ ਕਹਿਣ ਬਿਲਕੁਲ ਇਹ ਤੁਸੀਂ ਰੱਦ ਕਰੋ। ਤੁਸੀਂ ਕਿਸਾਨਾਂ ਤੇ ਜੋ ਪਿੰਡਾਂ 'ਚ ਲੋਕ ਵੱਸਦੇ ਆ ਉਹਨਾਂ ਤੋਂ ਬਗੈਰ ਤੁਸੀਂ ਕਾਨੂੰਨ ਬਣਾ ਹੀ ਨਹੀਂ ਸਕਦੇ। ਜਿੱਦਾਂ ਦਸੰਬਰ 2018 ਦੇ ਵਿੱਚ ਯੂਐਨਓ ਦੇ ਵਿੱਚ ਇੱਕ ਚਾਰਟਰ ਪੇਸ਼ ਹੋਇਆ ਕਿ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਕਿਸਾਨ ਆ ਜਾਂ ਹੋਰ ਕੰਮ ਕਰਨ ਵਾਲੇ ਲੋਕ ਆ, ਉਹਨਾਂ ਦੇ ਲਈ ਤੁਸੀਂ ਕੋਈ ਉਹਨਾਂ ਤੋਂ ਪੁੱਛੇ ਤੋਂ ਬਗੈਰ ਕੋਈ ਕਾਨੂੰਨ ਨਹੀਂ ਬਣਾ ਸਕਦੇ। ਸੋ ਸਾਨੂੰ ਸੁਪਰੀਮ ਕੋਰਟ ਦੇ ਉੱਤੇ ਅਸੀਂ ਬਿਲਕੁਲ ਨਹੀਂ ਕਮੇਟੀਆਂ 'ਚ ਯਕੀਨ ਰੱਖਦੇ। ਕਮੇਟੀਆਂ ਇੱਥੇ 5-5 10-10 ਸਾਲ ਦੀਆਂ ਨਾ ਫੈਸਲਾ ਦੇ ਸਕਦੀਆਂ। ਸਾਨੂੰ ਤਾਂ ਹੁਣੇ ਫੈਸਲਾ ਚਾਹੀਦਾ। ਅਸੀਂ ਕਿਸਾਨ ਆਪ ਮਜ਼ਦੂਰ ਤਬਕਾ ਜੋ ਵੀ ਅਸੀਂ ਆਪਣੇ ਸੰਘਰਸ਼ ਨਾਲ ਲਵਾਂਗੇ। ਸਾਨੂੰ ਤਾਂ ਬਸ ਕਾਨੂੰਨ ਵਾਪਸ ਹੋਣੇ ਚਾਹੀਦੇ। ਅਸੀਂ ਤਾਂ ਹੀ ਉੱਥੋਂ ਹਿੱਲਾਂਗੇ, ਨਹੀਂ ਇੱਥੇ ਬੈਠੇ ਰਵਾਂਗੇ। ਇੱਕ ਗੱਲ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ, ਕੇਂਦਰ ਨੂੰ ਫਟਕਾਰ ਲਾਉਂਦੇ ਹੋਏ ਕਹੀ ਹੈ ਕਿ ਜੇ ਤੁਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ ਤਾਂ ਅਸੀਂ ਹੋਲਡ ਕਰ ਦਿੰਦੇ ਹਾਂ। ਹੋਲਡ ਕਰਦੇ ਆ ਤਾਂ ਵੀ ਜਿਹੜੀ ਆ ਕਿਆ ਲੱਗਦਾ ਕਿਸਾਨ ਉਹਦੇ ਤੇ ਸਹਿਮਤੀ ਪ੍ਰਗਟ ਕਰਨਗੇ? ਕਿਉਂਕਿ ਜੇ ਹੋਲਡ ਹੁੰਦੇ ਉਸ ਤੋਂ ਬਾਅਦ ਰੀਓਪਨ ਵੇਲੇ ਵੀ ਕਰ ਕੋਰਟ ਜਿਹੜੇ ਕਰਵਾ ਸਕਦੀ ਹੈ। ਨਹੀਂ ਜੀ, ਅਸੀਂ ਕਿਸੇ ਤੇ ਵੀ ਨਹੀਂ ਹੋਵਾਂਗੇ। ਅਸੀਂ ਤਾਂ ਬਸ ਇੱਕੋ ਹੀ ਗੱਲ ਆ ਕਿ ਕਾਨੂੰਨ ਰੱਦ ਹੋਣ ਸਾਰੇ, ਉਹਨਾਂ 'ਚ ਸਾਡਾ ਸੰਘਰਸ਼ ਚੱਲੂਗਾ। ਸੁਪਰੀਮ ਕੋਰਟ ਚਾਹੇ ਸਾਨੂੰ ਕੁਛ ਵੀ ਕਵੇ, ਉਠਾਲਣ ਦੀ ਕੋਸ਼ਿਸ਼ ਕਰੇ, ਅਸੀਂ ਨਹੀਂ ਉੱਠਾਂਗੇ। ਸਾਡੇ ਸਭ ਲੋਕ ਉੱਥੇ ਹੀ ਬੈਠੇ ਰਹਿਣਗੇ। ਅੱਜ ਇੱਕ ਹੋਰ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦਾਇਰ ਕੀਤੀ ਗਈ ਕਿ ਜਿਹੜਾ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ, ਜਿੱਥੇ ਰਾਜਪਥ ਦੇ ਉੱਤੇ ਜਿਹੜੀ ਪਰੇਡ ਹੁੰਦੀ ਆ, ਕਿਸਾਨ ਜਿਹੜੇ ਆ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ 26 ਨੂੰ ਟਰੈਕਟਰ ਮਾਰਚ ਕੀਤਾ ਜਾਵੇ। ਉਹਨਾਂ ਵੱਲੋਂ ਸੈਂਟਰ ਵੱਲੋਂ ਜਿਹੜੀ ਇੱਕ ਪਟੀਸ਼ਨ ਪਾ ਦਿੱਤੀ ਗਈ ਆ। ਕੀ ਲੱਗਦਾ ਇਸ ਪਟੀਸ਼ਨ ਦੇ ਨਾਲ ਜਿਹੜਾ ਸੁਪਰੀਮ ਕੋਰਟ ਕਿਸਾਨਾਂ ਦੇ ਅੰਦੋਲਨ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰੇਗਾ? ਦੇਖੋ ਜੀ, ਜਿਹੜੀ 26 ਜਨਵਰੀ ਦਾ ਉੱਥੇ ਮਨਾਉਣਾ ਆ ਸਰਕਾਰਾਂ ਨੇ, ਉਹਨੇ ਆਪਣੇ ਉੱਥੇ ਹਥਿਆਰਾਂ ਦਾ ਸ਼ੋਅ ਕਰਨਾ। ਵੱਡੇ ਵੱਡੇ ਹਥਿਆਰ ਹੋਣਗੇ, ਉਹ ਉਹਨਾਂ ਦੀ ਮਿਲਟਰੀ ਫੌਜ, ਸਾਡੇ ਘਰਾਂ ਦੇ ਬੱਚੇ ਗਏ ਆ, ਉਹਨਾਂ ਨੂੰ ਦਿਖਾਵਾ ਕਰਨਗੇ।
ਜਿਨ੍ਹਾਂ ਦੁਨੀਆ ਦਾ ਬਨਾਸ਼ ਹੁੰਦਾ, ਚਾਹੇ ਹਥਿਆਰ ਕਿਤੇ ਵੀ ਹੋਵੇ, ਚਾਹੇ ਆਪਣੀ ਰੱਖਿਆ ਲਈ ਵੀ ਕਹਿਣ, ਉਹ ਬਨਾਸ਼ ਹੀ ਕਰਦੀਆਂ। ਸਾਡੇ ਲੋਕਾਂ ਕੋਲ ਜਿਹੜਾ ਖੇਤੀ ਉਪਜ ਕਰਨ ਦਾ ਸੰਦ ਸਾਡੇ ਕੋਲ ਹੈਗਾ ਟਰੈਕਟਰ। ਉਸ ਟਰੈਕਟਰ ਦੇ ਨਾਲ ਅਸੀਂ ਖੇਤ ਵਾਹੁੰਦੇ ਹਾਂ, ਉਹਦੇ ਵਿੱਚੋਂ ਅੰਨ ਪੈਦਾ ਕਰਦੇ ਹਾਂ, ਜਿਹਦੇ ਨਾਲ ਸਾਰਾ ਹੀ ਜਿਹੜਾ ਸਮੁੱਚਾ ਵਰਗ ਆ ਉਹ ਪ੍ਰਸ਼ਾਦਾ ਛਕਦਾ ਆ। ਤੇ ਅਸੀਂ ਆਪਣਾ ਟਰੈਕਟਰ, ਆਪਣਾ ਸੰਦ ਲੈ ਕੇ ਚੱਲੇ ਆ, ਜਿਹੜਾ ਸ਼ਕਤੀ ਦਾ ਪ੍ਰਤੀਕ ਆ, ਕਿਰਤ ਦਾ ਪ੍ਰਤੀਕ ਆ। ਸੋ ਅਸੀਂ ਇੰਨੇ ਲੰਮੇ ਸਮੇਂ ਸੰਘਰਸ਼ ਹੋ ਰਿਹਾ, ਹਰੇਕ ਥਾਂ ਇੰਨੀ ਸ਼ਾਂਤੀ ਆ, ਬਹੁਤ ਜ਼ਿਆਦਾ ਸ਼ਾਂਤੀ ਨਾਲ ਜਾਂਦੇ ਆ। ਹੁਣ ਖੱਟੜ ਸਾਹਿਬ ਨੇ ਇੱਕ ਗੱਲ ਕਹੀ, ਜਦ ਉਹਦਾ ਹੈਲੀਪੈਡ ਉਖਾੜਿਆ ਤਾਂ ਕਹਿੰਦੇ ਮੇਰਾ ਸੰਵਿਧਾਨ ਕਹਾਕਿਆ ਤੇ ਇੱਥੇ ਮੈਨੂੰ ਰੋਕਿਆ ਕਿਉਂ ਗਿਆ। ਜਿੱਦਣ ਅਸੀਂ ਕਿਸਾਨ ਗਏ ਸੀਗੇ ਦਿੱਲੀ ਨੂੰ, ਸਾਡਾ ਸੰਵਿਧਾਨ ਹੱਕ ਨਹੀਂ ਹੈਗਾ। ਜਦ ਉੱਥੇ ਡੜੇ ਟੋਏ ਪੱਟੇ ਗਏ, ਸਰਕਾਰਾਂ ਸੜਕਾਂ ਬਣਾਉਂਦੀਆਂ ਹੁੰਦੀਆਂ, ਟੋਏ ਨਹੀਂ ਪੁੱਟੇ ਜਾਂਦੇ ਹੁੰਦੇ। ਜਿੱਦਾਂ ਟੋਏ ਪੁੱਟ ਕੇ ਸਾਡੇ ਤੇ ਅਥਰੂ ਗੈਸਾਂ ਤੇ ਪਾਣੀ ਸੱਟਿਆ ਸਾਡੇ ਬੱਚਿਆਂ ਭਰਾਵਾਂ ਦੇ ਉੱਤੇ, ਉੱਦਾਂ ਸਾਡੇ ਸੰਵਿਧਾਨ ਹੱਕ ਕਿੱਥੇ ਗਏ ਹੋ ਸੀਗੇ। ਜਿਵੇਂ ਖੱਟੜ ਸਾਹਿਬ ਦਾ ਕਰਨਾਲ ਦੇ ਵਿੱਚ ਜਿਵੇਂ ਕਿਸਾਨਾਂ ਨੇ ਉਹਨਾਂ ਦਾ ਬਾਈਕਾਟ ਕੀਤਾ, ਉਹਨਾਂ ਦਾ ਹੈਲੀਪੈਡ ਤੋੜ ਦਿੱਤਾ ਗਿਆ, ਉਹਨਾਂ ਦਾ ਲੈਂਡ ਵੀ ਨਹੀਂ ਕਰ ਦਿੱਤਾ। ਉਸੇ ਹਾਲਾਤ ਨੂੰ ਦੇਖਦੇ ਹੋਏ ਅੱਜ ਹੁਣੇ ਜਿਹੜਾ ਲੁਧਿਆਣੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਉਣਾ ਸੀ, ਇਹੋ ਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਾ ਵੀ ਦੌਰਾ ਰੱਦ ਕਰ ਦਿੱਤਾ। ਕੀ ਲੱਗਦਾ ਵੀ ਉੱਥੇ ਵੀ ਇੱਦਾਂ ਦੇ ਹਾਲਾਤ ਖਰਾਬ ਹੋਣ ਦੀ ਚਾਂਸ ਸੀਗੇ? ਦੇਖੋ ਜੀ, ਜਦੋਂ ਇਹ ਸਰਕਾਰਾਂ, ਇਹਨਾਂ ਨੂੰ ਵੀ ਪਤਾ ਹੀ ਸੀਗਾ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਸੀ, ਬਾਦਲਾਂ ਨੂੰ ਵੀ ਪਤਾ ਸੀ, ਕਦੇ ਉੱਥੇ ਮੋਗੇ ਦੇ ਵਿੱਚ ਜ਼ਮੀਨਾਂ ਦਵਾਈਆਂ ਜਾਂਦੀਆਂ ਸੀ। ਕੈਪਟਨ ਹੁਣਾਂ ਨੂੰ ਵੀ ਪਤਾ ਸੀਗਾ ਜਦੋਂ 91-92 ਦੀਆਂ ਨੀਤੀਆਂ ਦਾ, ਕੈਪਟਨ ਹੋਣੀ ਵੀ ਕਿੰਨੇ ਸਾਲ ਰਹੇ, ਇਹਨਾਂ ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ। ਇਸ ਕਰਕੇ ਅਸੀਂ ਤਾਂ ਇਹ ਤਾਂ ਉੱਪਰੋਂ ਆ, ਅੰਦਰੋਂ ਇਹ ਕਾਰਪੋਰੇਟ ਘਰਾਣਿਆਂ ਨਾਲ ਹੀ ਆ, ਕਿਉਂਕਿ ਖੁਦ ਬਹੁਤ ਵੱਡੇ ਸਰਮਾਏਦਾਰ ਆ। ਇਹਨਾਂ ਨੂੰ ਤਾਂ ਆਪਣੀਆਂ 2022 ਦੀਆਂ ਵੋਟਾਂ ਦਿਸਦੀਆਂ, ਇਹਨਾਂ ਨੂੰ ਸਾਡੀ ਕਿਸਾਨਾਂ ਮਜ਼ਦੂਰਾਂ ਦੀ, ਇਹਨਾਂ ਨੂੰ ਸਾਡੀਆਂ ਜ਼ਮੀਨਾਂ ਨਹੀਂ ਦਿਸਦੀਆਂ, ਇਹਨਾਂ ਨੂੰ ਆਪਣੀਆਂ ਵੋਟਾਂ ਦਿਖਦੀਆਂ। ਸਾਨੂੰ ਮਜ਼ਦੂਰਾਂ, ਕਿਸਾਨਾਂ ਨੂੰ, ਸਾਰੇ ਵਰਗਾਂ ਨੂੰ, ਸਾਰੀ ਸੁਸਾਇਟੀ ਨੂੰ ਆਪਣੀ ਰੋਟੀ ਖੁੱਸਦੀ ਦਿਸਦੀ ਆ ਵੀ ਇਹਨਾਂ ਦੇ ਭੰਡਾਰਾਂ ਵਿੱਚ ਸਾਡਾ ਅੰਨ ਅਨਾਜ ਚਲੇ ਗਿਆ। ਇਹ ਤਾਂ ਭਾਵੇਂ ਫਿਰ ਸਾਨੂੰ 200 ਕਿਲੋ ਦੇਣ ਆਟਾ, ਚਾਹੇ 300 ਰੁਪਏ, ਜਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਚੱਕਿਆ ਕਰਨਗੇ, ਉੱਥੇ ਜਾ ਕੇ ਦਾਣਾ ਵੇਚ ਦਿਆ ਕਰਨਗੇ, ਇੱਥੇ ਕਾਲ ਪੈਣਗੇ। ਜਿੱਦਾਂ ਅੰਗਰੇਜ਼ਾਂ ਦੇ ਸਮੇਂ ਵਿੱਚ ਈਸਟ ਇੰਡੀਆ ਕੰਪਨੀ ਬਾਹਰ ਜਾ ਕੇ ਅਨਾਜ ਵੇਚ ਦਿੰਦੀ ਸੀ ਤੇ ਅਸੀਂ ਇੱਥੇ ਲੱਖਾਂ ਹੀ ਲੋਕ ਭੁੱਖ ਦੇ ਨਾਲ ਮਰ ਜਾਂਦੇ ਸੀਗੇ। ਸੋ ਅਸੀਂ ਤਾਂ ਜਿਹੜਾ ਵੀ ਉਹ ਸਰਕਾਰ ਦੇ ਹੱਕ ਵਿੱਚ ਜਿਨ੍ਹਾਂ ਨੇ ਵੀ ਸਪੋਰਟ ਪਹਿਲਾਂ ਵੀ ਕੀਤੀ, ਚਾਹੇ ਹੁਣ ਵੀ ਕਰਦੇ ਆ, ਅਸੀਂ ਉਹਨਾਂ ਦੇ ਵਿਰੋਧ ਵਿੱਚ ਹੋਵਾਂਗੇ। ਜਿਵੇਂ 8 ਤਰੀਕ ਨੂੰ 8ਵੀਂ ਮੀਟਿੰਗ ਹੋਈ ਔਰ 15 ਨੂੰ ਇੱਕ ਫਿਰ ਮੀਟਿੰਗ ਹੋਣ ਜਾ ਰਹੀ ਆ। ਸੁਪਰੀਮ ਕੋਰਟ ਦੇ CJI ਜਿਹੜੇ ਚੀਫ ਜਸਟਿਸ ਆਫ ਗਵਰਨਮੈਂਟ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ 15 ਤਰੀਕ ਤੱਕ ਤਾਂ ਜਾਣ ਹੀ ਨਹੀਂ ਦੇਣਾ, ਮੈਂ ਉਸ ਤੋਂ ਪਹਿਲਾਂ ਹੀ ਫੈਸਲਾ ਲੈ ਕੇ ਆਵਾਂਗਾ। ਕੀ ਲੱਗਦਾ ਇਹ ਚਾਲ ਹੈ ਕੇਂਦਰ ਦੀ, ਜਾਂ ਮਤਲਬ ਜਿਹੜਾ ਫੈਸਲੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੀ ਇਹ ਇੱਦਾਂ ਦੀਆਂ ਤਾਂ ਗੱਲਾਂ ਕਰਦੇ ਆ। ਜੇ ਸੁਪਰੀਮ ਕੋਰਟ ਵਿੱਚ ਇੰਨੀ ਸੀ, ਜਾਂ ਅਸੀਂ ਗਰਮੀਆਂ ਦੇ ਵਿੱਚ ਰੇਲਵੇ ਟਰੈਕਾਂ ਤੇ ਬੈਠੇ ਸੀ, ਉਸ ਵੇਲੇ ਸੋਚਦੇ। ਉਹ ਤੋਂ ਬਾਅਦ ਵਿੱਚ ਵੀ ਇਹਨਾਂ ਨੂੰ ਕਿਹਾ ਕਿਸੇ ਨੇ, ਸੁਪਰੀਮ ਕੋਰਟ ਨੂੰ ਤਾਂ ਪਤਾ ਹੀ ਸੀ, ਜਦ 1-1.5 ਮਹੀਨੇ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਕਿਹਾ ਵੀ ਅਸੀਂ ਫਿਰ 26 ਤਰੀਕ ਨੂੰ ਦਿੱਲੀ ਵੱਲ ਨੂੰ ਆਉਣਾ। ਸੁਪਰੀਮ ਕੋਰਟ ਨੇ ਕੋਈ ਧਿਆਨ ਨਹੀਂ ਦਿੱਤਾ, ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਤਾਂ ਇਹਨਾਂ ਨੂੰ ਜਾਣੀ ਸਰਕਾਰ ਇੱਦਾਂ ਚਾਹੁੰਦੀ ਆ ਵੀ ਸੁਪਰੀਮ ਕੋਰਟ ਦੇ ਥਰੂ ਕਰਕੇ ਇਹਨਾਂ ਨੂੰ ਉਠਾਇਆ ਜਾਵੇ ਕਿਸੇ ਤਰ੍ਹਾਂ, ਵੀ ਉਹ ਕੋਈ ਇੱਦਾਂ ਦਾ ਫੈਸਲਾ ਦੇਵੇ। ਪਰ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਫੈਸਲਾ ਨਹੀਂ ਹੋਊਗਾ, ਅਸੀਂ ਉਹ ਸੁਪਰੀਮ ਕੋਰਟ ਦਾ ਵੀ ਨਹੀਂ ਮੰਨਾਂਗੇ, ਭਾਵੇਂ ਉਹ ਮਾਨਯੋਗ ਸੁਪਰੀਮ ਕੋਰਟ ਆ। ਪਰ ਜੇ ਸਾਡੇ ਲੋਕਾਂ ਲਈ ਉਹ ਨਾ ਸੋਚੋਗੇ, ਉੱਥੇ ਜੱਜ ਸਾਹਿਬਾਨ ਨਾ ਸੋਚੋਗੇ, ਅਸੀਂ ਬਿਲਕੁਲ ਨਹੀਂ, ਕਾਲੇ ਕਾਨੂੰਨਾਂ ਤਾਂ ਖਤਮ ਕੀਤਿਆਂ ਤੋਂ ਬਗੈਰ ਆਉਣਾ ਨਹੀਂ। ਤੇ ਜਿਹੜੇ 2 ਆਰਡੀਨੈਂਸ ਆ 2020 ਬਿਜਲੀ ਸੋਧ ਬਿੱਲ ਤੇ ਜਿਹੜਾ ਪਰਾੜੀ ਦਾ, ਇਹਨਾਂ ਸਾਰਿਆਂ ਨੂੰ ਖਤਮ ਕਰਾ ਕੇ ਹੀ ਦਮ ਲੈਣਗੇ ਲੋਕ ਸਾਰੇ। ਜਦੋਂ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਮੀਟਿੰਗਾਂ ਦੀ ਦੌਰ ਸ਼ੁਰੂ ਹੋਈ ਸੀ ਤਾਂ ਭਾਜਪਾ ਦੇ 2 ਆਗੂ ਸੀ, ਹਰਜੀਤ ਗਰੇਵਾਲ ਤੇ ਸੁਰਜੀਤ ਜਿਆਨੀ, ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਜਿਹਨੂੰ ਕਹਿ ਸਕਦੇ ਵਿੱਚ ਪਏ ਕੋਆਰਡੀਨੇਟਰ ਬਣੇ, ਗੱਲਬਾਤ ਅੱਗੇ 8 ਮੀਟਿੰਗਾਂ ਤੱਕ ਆਈ। ਹੌਲੀ ਹੌਲੀ ਜਿਹੜਾ ਹੁਣ ਜਿਆਨੀ ਸਾਹਿਬ ਦੇ ਬਿਆਨ ਵੀ ਵੱਖ-ਵੱਖ ਆਉਣ ਲੱਗ ਪਿਆ। ਗਰੇਵਾਲ ਸਾਹਿਬ ਤਾਂ ਜਿੱਦਾਂ ਬੋਲਦੇ ਨੇ, ਉਹਨਾਂ ਦਾ ਤਾਂ ਬਾਈਕਾਟ ਵੀ, ਜਿਵੇਂ 32 ਜਥੇਬੰਦੀਆਂ ਨੇ ਬਾਈਕਾਟ ਵੀ ਕਰਤਾ। ਜਿਆਨੀ ਸਾਹਿਬ ਕਦੇ ਤਾਂ ਕਿਸਾਨਾਂ ਦੇ ਆਗੂਆਂ ਨੂੰ ਕਹਿੰਦੇ ਨੇ ਲੀਡਰਲੈਸ ਨੇ, ਕਦੇ ਕਹਿ ਦਿੰਦੇ ਨੇ ਉਹ 32 ਦੇ 32 ਕਿਸਾਨ ਆਗੂ ਇਲੈਕਸ਼ਨ ਲੜਨਾ ਚਾਹੁੰਦੇ ਆ, 22 ਦੀ ਇਲੈਕਸ਼ਨ ਆ। ਕੀ ਅੱਜ ਗਰੇਵਾਲ ਸਾਹਿਬ ਨੂੰ ਹੁਣ ਕੀ ਇੱਦਾਂ ਦੇ ਵਿਚਾਰ ਦੇਣ ਦੀ, ਕੀ ਬਿਆਨਬਾਜ਼ੀ ਕਰਨ ਦੀ ਕੀ ਲੋੜ ਪੈ ਗਈ ਆ? ਚਾਹੇ ਗਰੇਵਾਲ ਆ ਤੇ ਚਾਹੇ ਹੈਗੇ ਜਾਨੀ, ਇਹ ਕਦੇ ਕੁਛ ਕਦੇ ਕੁਛ, ਇਹ ਤਾਂ ਸਾਨੂੰ ਕਹਿੰਦੇ ਪਿਕਨਿਕ ਮਨਾਉਣ ਗਏ ਹੋ ਆ, ਕਦੇ ਕਹਿੰਦੇ ਖਾਲਿਸਤਾਨੀ ਆ, ਕਦੇ ਕਹਿੰਦੇ ਨੈਕਸਲਾਈਟ ਆ, ਕਦੇ ਕਹਿੰਦੇ ਚੀਨ ਤੋਂ ਪੈਸਾ, ਕਦੇ ਕਹਿੰਦੇ ਪਾਕਿਸਤਾਨ ਤੋਂ ਪੈਸਾ। ਇਹ ਤਾਂ ਜਾਣ ਕੇ ਸਾਨੂੰ ਜਾਣੀ ਸਤਾਉਂਦੇ ਆ, ਇੱਕ ਕਿਸਮ ਦਾ ਕਹਿ ਲੈਂਦੇ ਆ ਵੀ ਅਸੀਂ ਲੋਕ ਠੰਡਾਂ ਦੇ ਵਿੱਚ ਉੱਥੇ ਬੈਠੇ ਆ ਤੇ ਇਹ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਆ। ਜਿਹੜਾ ਗਿਆਨੀ ਨੇ ਇਹ ਗੱਲ ਕਹੀ ਆ ਵੀ ਕਿਸਾਨ ਆ ਜਿਹੜੇ, ਇਹਨਾਂ ਦਾ ਤਾਂ ਕੋਈ ਲੀਡਰ ਹੀ ਨਹੀਂ, ਉਹ 2-3 ਹੋਣ ਤਾਂ ਹੀ ਅਸੀਂ ਗੱਲ ਕਰੀਏ। ਇਹਨਾਂ ਨੂੰ ਪੁੱਛਦੇ ਹਾਂ ਵੀ ਉੱਥੇ ਉਹਨੂੰ ਵਿਗਿਆਨ ਭਵਨ ਵਿੱਚ ਸੱਦੇ ਕਾਹਦੇ ਲਈ ਹੈ? ਫਿਰ ਜੇ ਉਹ ਲੀਡਰ ਨਹੀਂ ਹੈਗੇ, ਕਾਹਦੇ ਲਈ ਸਾਨੂੰ ਸੱਦ ਕੇ ਉੱਥੇ ਸਾਡੇ ਲੀਡਰਾਂ ਨੂੰ ਖਰਾਬ ਕਰਦੇ ਆ?
ਫਿਰ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਪਾਰਲੀਮੈਂਟ ਵਿੱਚ 547 ਬੰਦੇ ਬੈਠੇ ਹੁੰਦੇ ਆ, ਤੁਹਾਡੇ ਕਿੰਨੇ ਪਾਰਟੀਆਂ ਦੇ ਗੱਠਜੋੜ ਹੁੰਦੇ ਆ, ਤੁਹਾਡਾ ਉੱਥੇ ਕੋਈ 2 ਬੈਠੇ ਹੁੰਦੇ ਆ। ਤੇ ਸਾਡੀ ਵੀ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆ, ਮਜ਼ਦੂਰਾਂ 'ਚੋਂ ਆ, ਸਾਡਿਆਂ ਤਾਂ ਉਹਨਾਂ ਸਾਰਿਆਂ ਨੇ ਜਾਣਾ ਆ। ਸੋ ਇਹ ਜਾਣੀ ਆ, ਚਾਹੇ ਇਹ ਜਾਣ ਕੇ ਇੱਦਾਂ ਦੇ ਗੱਲਾਂ ਕਰਦੇ ਆ। ਅਸੀਂ ਲੋਕ ਇਹਨਾਂ ਦੀ ਗੱਲਾਂ ਵਿੱਚ ਨਹੀਂ ਬਹੁਤ ਆਉਂਦੇ, ਸਾਨੂੰ ਪਤਾ ਇਹ ਮੂਰਖਪਣਾ ਕਰਦੇ ਆ, ਜਦ ਕਿ ਇਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜਨਾ ਚਾਹੀਦਾ ਸੀ। ਇਤਿਹਾਸ ਦੇ ਵਿੱਚ ਜਦ ਇਤਿਹਾਸ ਰਚਿਆ ਜਾਊਗਾ, ਜਿੱਦਾਂ ਅੰਗਰੇਜ਼ਾਂ ਦੇ ਜਿਹੜੇ ਹੱਕ ਵਿੱਚ ਖੜਦੇ ਸੀ ਉਹਨਾਂ ਦਾ ਇਤਿਹਾਸ ਕਾਲੇ ਅੱਖਰਾਂ ਵਿੱਚ ਲਿਖਿਆ ਗਿਆ, ਇੱਦਾਂ ਹੀ ਇਹਨਾਂ ਲੋਕਾਂ ਦਾ ਵੀ ਕਾਲੇ ਅੱਖਰਾਂ ਦੇ ਵਿੱਚ ਇੱਕ ਦਾ ਇਤਿਹਾਸ ਲਿਖਿਆ ਜਾਊਗਾ। ਜੇ ਥੋੜੀ ਰਾਜਨੀਤੀ ਦੀ ਗੱਲ ਕਰੀਏ ਤਾਂ ਜਿਹੜੀ ਇਹ ਮੌਜੂਦਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਜਾਂ ਫਿਰ ਅਕਾਲੀ ਦਲ ਨੇ। ਹੁਣ ਆਮ ਆਦਮੀ ਪਾਰਟੀ ਕੇਂਦਰ ਕੈਪਟਨ ਅਮਰਿੰਦਰ ਸਿੰਘ ਇਹੀ ਗੱਲ ਕਰਦੇ ਕਿ ਉਹ ਅੱਗੇ ਤਾਂ ਬਿਨਾਂ ਟਾਈਮ ਲਏ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਸੀ, ਜਾਂ ਅਮਿਤ ਸ਼ਾਹ ਨੂੰ ਮਿਲ ਕੇ ਆਪਣਾ ਈਡੀ ਦੀ ਗੱਲ ਕਰਕੇ, ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦੀ ਗੱਲ ਕਰਕੇ, ਉਹ ਇੱਕ ਵਾਰੀ ਵੀ ਪ੍ਰਧਾਨ ਮੰਤਰੀ ਦੇ ਨਾਲ ਮਿਲੇ ਨਹੀਂ। ਕੀ ਲੱਗਦਾ ਵੀ ਤੁਸੀਂ ਕਿਸਾਨਬੰਦੀ ਇਸ ਨਾਲ ਐਗਰੀ ਹੋ ਕਿ ਕੈਪਟਨ ਸਾਹਿਬ ਨੂੰ ਪ੍ਰਧਾਨ ਮੰਤਰੀ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ? ਦੇਖੋ ਜੀ, ਇਹਨਾਂ ਨੇ ਮਿਲ ਕੇ ਉਹਨਾਂ ਨਾਲ ਕਿਆ ਗੱਲਾਂ ਕਰਨੀਆਂ, ਇਹਨੇ ਤਾਂ ਆਪਣੇ ਅੰਦਰੋਂ ਗੱਚੀ ਸਮਝੌਤੇ ਪਹਿਲਾਂ ਵੀ ਕੀਤੇ ਹੋ। ਕਿਸਾਨਾਂ ਮਜ਼ਦੂਰਾਂ ਲਈ ਨਹੀਂ ਕੋਈ ਗੱਲ ਨਹੀਂ ਕਰਨੀ ਹੈਗੀ, ਜਿਹੜੇ ਚਾਹੇ ਆਮ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ, ਚਾਹੇ ਅਕਾਲੀ ਪਾਰਟੀ ਆ। ਇਹਨਾਂ ਨੇ ਤਾਂ ਸਾਰੀ ਜਿਹੜੀ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਪਹਿਲਾਂ ਆਸਾਂ ਸੀ ਜਿਸ ਵੇਲੇ ਇਹ, ਪਰ ਜਿਹੜੇ ਲੋਕ ਸੀ ਸੂਝਵਾਨ ਨੂੰ ਕਹਿੰਦੇ ਸੀ ਇਹ ਬੀ ਟੀਮ ਹੀ ਹੈ ਇਹਨਾਂ ਦੀ, ਭਾਜਪਾ ਦੀ। ਤੇ ਇਹਨਾਂ ਲੋਕਾਂ ਦੇ ਕੁਛ ਵੀ ਨਹੀਂ ਕਰਨਾ, ਨਾ ਆਮ ਆਦਮੀ ਪਾਰਟੀ ਨੇ। ਤਕੜੇ ਲੋਕ ਆ, ਆਗੂ ਆ ਜਿਹੜੇ ਉੱਪਰ ਬੈਠੇ ਆ, ਇਹ ਮੁਸ਼ਕਲਾਂ ਨਹੀਂ ਸਹਾਰ ਸਕਦੇ। ਆਉਣ ਤਾਂ ਸਾਡੇ ਮੰਗਰ ਜਿੱਦਾਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ, ਮਾਵਾਂ ਧੀਆਂ ਭੈਣਾਂ ਅੱਜ ਸੜਕਾਂ ਦੇ ਉੱਤੇ ਬੈਠੀਆਂ, ਕੈਪਟਨ ਨੇ ਵੀ ਤੇ ਬਾਦਲ ਵੀ ਤੇ ਆਮ ਆਦਮੀ ਦੇ ਪਾਰਟੀ ਦੇ ਲੀਡਰ ਵੀ ਲਿਜਾ ਕੇ ਆਪਣੇ ਬੱਚਿਆਂ ਨੂੰ ਬਿਠਾਲਣ, ਫੇਰ ਪਤਾ ਲੱਗੇ ਕੋਲ ਕਿੱਦਾਂ ਲੜ ਹੁੰਦੇ ਆ। ਇਹ ਤਾਂ ਇੱਕ ਬਿਆਨ ਦੇ ਦੇਣੇ ਉੱਥੋਂ ਬੈਠ ਕੇ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਕਰਨਾ ਕਿਹੜੇ ਨੇ ਆ? ਕਰਨਗੇ ਤਾਂ ਇਹੀ ਮਜ਼ਦੂਰ ਕਿਸਾਨ ਜਿਨ੍ਹਾਂ ਦਾ ਅੱਜ ਕਿੱਤਾ ਖੁੱਸ ਰਿਹਾ। ਉਹ ਤਾਂ ਵੱਡੇ ਅਮੀਰ ਲੋਕ ਹੈਗੇ, ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ। ਦੁੱਖ ਤਕਲੀਫ ਸਾਨੂੰ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਦਲਿਤ ਪਰਿਵਾਰਾਂ ਨੂੰ, ਜਿਹੜਾ ਨੂੰ ਅੱਜ ਤੱਕ ਇਹਨਾਂ ਨੇ ਹੋਰ ਤਾਂ ਕੀ ਦੇਣਾ ਉਹਨਾਂ ਨੂੰ, ਤਾਂ ਰਹਿਣ ਨੂੰ ਇਹਨਾਂ ਨੇ ਘਰ ਤੱਕ ਨਹੀਂ ਬਣਾ ਕੇ ਦਿੱਤੇ। ਅਡਾਨੀਆਂ ਬਾਨੀਆਂ ਨੂੰ ਤਾਂ ਗਦਾਮ ਦੇ ਰਹੇ ਆ। ਸਾਡੇ ਪਿੰਡਾਂ 'ਚ 5 ਮਾਲੇ ਦੇ ਪਲਾਟ ਦੇ ਕਿੰਨਾ ਰੌਲਾ ਪਾਇਆ ਵੀ ਇਹਨਾਂ ਨੂੰ ਪੈਸੇ ਦੇਵੋ ਨਾਲੇ ਇਹਨਾਂ ਦੇ ਘਰ ਬਣ। ਬਦਕਿਸਮਤੀ ਸਾਡੀ, ਅਸੀਂ ਬਹੁਤ ਕੁਛ ਇਸ ਸਰਕਾਰਾਂ ਨੂੰ ਦੇ ਅੱਗੇ ਝੁਕਦੇ ਇੱਥੇ ਆ ਗਏ। ਸਾਡੇ ਸਕੂਲ ਚਲੇ ਗਏ, ਸਾਡੇ ਯੂਨੀਵਰਸਿਟੀਆਂ ਚਲੇ ਗਈਆਂ, ਸਾਡੇ ਹਸਪਤਾਲ ਚਲੇ ਗਏ। ਇਹ ਜਦੋਂ ਅਸੀਂ ਹੁਣ ਘੋਲ ਜਿੱਤ ਕੇ ਆਵਾਂਗੇ ਤਾਂ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਿਹੜੀ ਜੰਗ ਆ ਸਾਡੀ ਲਗਾਤਾਰ ਜਾਰੀ ਰਹੂਗੀ। ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਜਨਤਕ ਸਾਡੀਆਂ ਪ੍ਰਣਾਲੀ ਦੇ ਵਿੱਚ ਚੀਜ਼ਾਂ ਆਉਣੀਆਂ ਚਾਹੀਦੀਆਂ, ਉਹ ਇਹਨਾਂ ਸਾਰਿਆਂ ਤੋਂ ਖੋਵਾਂਗੇ ਤਾਂ ਹੀ ਸਾਡੀ ਜ਼ਿੰਦਗੀ ਬਿਹਤਰ ਬਣ ਸਕਣੀ ਆ। ਕੱਲ੍ਹ ਨੂੰ ਲੋਹੜੀ ਦਾ ਬੜਾ ਪਵਿੱਤਰ ਪਾਵਨ ਤਿਉਹਾਰ ਹੈ। ਕਿੱਦਾਂ ਕਿਸਾਨ ਜਿਹੜਾ ਇਸ ਵੇਲੇ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਹੈ, ਇੱਧਰ ਵੀ ਤੇ 26 ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕਿਵੇਂ ਮਨਾ ਰਹੇ ਹੋ ਲੋਹੜੀ? ਅਸੀਂ ਜੀ ਜਿਹੜੇ ਮਨਾਉਣਾ ਆ, ਜਿੱਥੇ ਮਨਾਈ ਜਾਊਗੀ ਉੱਥੇ ਅਸੀਂ ਜਿਹੜੇ ਇਹਨਾਂ ਦੇ ਕਾਲੇ ਕਾਨੂੰਨ ਆਉਂਦਾ ਜੀ, ਉਹਨਾਂ ਦੀ ਕਾਪੀਆਂ ਅੱਗ ਦੇ ਵਿੱਚ ਸੁੱਟ ਕੇ ਸੜਾਂਗੇ ਤੇ ਇਸ ਢੰਗ ਨਾਲ ਮਨਾਵਾਂਗੇ। ਹਾਲਾਂਕਿ ਜਿਹੜੇ ਸਾਡੇ ਕਿਸਾਨ ਵਿੱਚ ਔਰਤਾਂ ਵੀ ਬੰਦੇ ਵੀ ਉਹ ਪੂਰੇ ਹੋ ਚੁੱਕੇ ਆ। ਸਾਨੂੰ ਬਹੁਤ ਦੁੱਖ ਆ ਉਹਨਾਂ ਦਾ, ਉਹ ਸ਼ਹਾਦਤਾਂ ਦੇ ਚੁੱਕਿਆ। ਕਿਸੇ ਸਰਕਾਰ ਨੂੰ ਸਾਡੀ ਕੋਈ ਪਰਵਾਹ ਨਹੀਂ। ਅਸੀਂ ਲੋਹੜੀ ਮਨਾਵਾਂਗੇ, ਇੱਥੇ ਉਹਨਾਂ ਦੇ ਫੂਕਾਂਗੇ, ਉਹਨਾਂ ਦੇ ਨਾਲੇ ਇਹ ਵੀ ਕਵਾਂਗੇ ਵੀ ਜਿਹੜੀਆਂ ਇੱਦਾਂ ਦੀਆਂ ਸਰਕਾਰਾਂ ਹੋਣ ਇਹਨਾਂ ਨੂੰ ਲੋਕੋ ਕਦੇ ਨਾ ਮੂੰਹ ਲਾਇਓ। ਹੁਣ ਅਸੀਂ ਪਾਰਟੀਆਂ 'ਚ ਨਹੀਂ ਪੈਣਾ, ਹੁਣ ਅਸੀਂ ਕਿਸਾਨ ਮਜ਼ਦੂਰ ਰਲ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਸੇਧ ਦੇਣ ਲਈ ਤੁਰਾਂਗੇ। ਆਪਾਂ ਦੇਖਦੇ ਹਾਂ ਹੁਣ ਇੱਕ ਸਮਾਜਿਕ ਸੱਭਿਆਚਾਰ ਇਹੋ ਜਿਹਾ ਵਧੀਆ ਉਸਰਿਆ ਜਿਹਦੇ ਵਿੱਚ ਲੱਗਦਾ ਵੀ ਇੱਕ ਨਵੀਂ ਰੋਸ਼ਨੀ ਇੱਕ ਪੈਦਾ ਹੋਊਗੀ। ਇਹ ਸਮਾਜਵਾਦ ਦੀ ਰੋਸ਼ਨੀ ਆਊਗੀ, ਬਾਬਾ ਰਵਿਦਾਸ ਵਾਲੀ ਵਿਚਾਰਧਾਰਾ ਆਊਗੀ, ਗੁਰੂ ਨਾਨਕ ਦੇਵ ਜੀ ਵਾਲੀ ਵਿਚਾਰਧਾਰਾ ਆਊਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸਾ ਰਾਜ ਦੀ ਗੱਲ ਕੀਤੀ ਸੀ, ਗੱਲ ਇੱਦਾਂ ਨਹੀਂ ਸੀ ਹੈਗੀ। ਉਹਨਾਂ ਨੇ ਕਿਹਾ ਸੀ ਉਹ ਖਾਲਸ, ਉਹ ਅਕਲ ਵਾਲੇ ਸਿਆਣੇ ਬੰਦੇ ਅੱਗੇ ਆਉਣ ਜਿਹੜਾ ਸਮਾਜ ਦੇ ਵਿੱਚੋਂ ਜਾਤ ਪਾਤ ਨੂੰ ਖਤਮ ਕਰਨ, ਆ ਜਿਹੜੀ ਕਾਣੀ ਵੰਡਿਆ ਇਹਨੂੰ ਖਤਮ ਕਰਨ। ਜੋ ਸਾਧਨ ਆ ਜੋ ਸਾਨੂੰ ਕੁਦਰਤ ਨੇ ਦਿੱਤੇ ਹੋ ਆ ਉਹ ਸਾਰਿਆਂ ਦੇ ਸਾਂਝੇ ਹੋਣ ਤੇ ਅਸੀਂ ਉੱਥੇ ਸਾਰੇ ਰਲ ਕੇ ਕੰਮ ਕਰੀਏ ਤੇ ਆਹ ਗਰੀਬੀ ਖਤਮ ਹੋਵੇ। ਇਹ ਜਿੰਨਾ ਚਿਰ ਅਸੀਂ ਸਾਮਰਾਜੀਆਂ ਨੂੰ ਭਾਂਜ ਨਹੀਂ ਦੇ ਲੈਂਦੇ, ਇਹਨਾਂ ਦੇ ਖਿਲਾਫ ਲੜਾਈ ਛੋਟੀ ਨਹੀਂ ਬਹੁਤ ਵੱਡੀ ਲੜਾਈ ਆ। ਪਤਾ ਨਹੀਂ ਸਾਡੀਆਂ ਕਿੰਨੀਆਂ ਕੁ ਬਹੁਤਾਂ ਲੜਨੀਆਂ ਆਈਆਂ ਤੇ ਕਿੰਨੀਆਂ ਕੁ ਨੂੰ ਹੋਰ ਲੜਨਾ ਪੈਣਾ। ਜਿੰਨਾ ਚਿਰ ਪੈਦਾਵਾਰ ਦੇ ਸਾਧਨ ਤੇ ਸਾਡੇ ਜਿਹੜੇ ਲੋਕ ਆ ਉਹ ਕਾਬਜ਼ ਨਹੀਂ ਹੁੰਦੇ, ਉਨਾ ਚਿਰ ਸਾਡੀ ਜ਼ਿੰਦਗੀ ਵਧੀਆ ਨਹੀਂ ਹੋ ਸਕਦੀ। ਇਹ ਸੰਘਰਸ਼ ਬਹੁਤ ਲੰਬਾ ਲੜਨਾ ਪੈਣਾ ਉੱਥੋਂ ਆ ਕੇ, ਪਰ ਲੜਨਗੇ ਲੋਕ, ਹੁਣ ਲੜਨਗੇ।
ਤੇ 26 ਦੀ ਗਣਤੰਤਰ ਦਿਵਸ ਨੂੰ ਲੈ ਕੇ ਕਿੰਨੇ ਟਰੈਕਟਰ ਕਿੰਨੀ ਲੋਕਾਂ ਦੇ ਜਾਣ ਦੀ ਇਸ ਵੇਲੇ ਜ਼ਿਲ੍ਹਾ ਨਵਾਂਸ਼ਹਿਰ ਦੀ ਗੱਲ ਕਰੀਏ ਆਪਣੇ ਜ਼ਿਲ੍ਹੇ ਤੋਂ ਕਿੰਨੇ ਕੁ ਲੋਕ ਇਹ ਬਹੁਤ ਵੱਡੀ ਗਿਣਤੀ ਵਿੱਚ ਹੈਗਾ ਜੀ। ਅਸੀਂ ਪਿੰਡਾਂ ਦੇ ਵਿੱਚ ਔਰਤਾਂ ਦੀ ਮੀਟਿੰਗਾਂ ਕਰਾ ਰਹੇ ਹਾਂ। ਉਹਨਾਂ ਨੂੰ ਵੀ ਸਾਰਿਆਂ ਨੂੰ ਕਿਸੇ ਸਾਡੀਆਂ 50 ਵੀ ਹੈ, ਕਿਤੇ 30 ਵੀ ਹੈ, ਕਿਤੇ 40 ਮੈਂ ਔਰਤਾਂ ਦੀ ਗੱਲ ਕਰਦੀ ਹਾਂ। ਉਹ ਸਾਰੇ ਜਾਣ ਨੂੰ ਤਿਆਰ ਆ ਤੇ ਬਹੁਤ ਵੱਡੇ ਪੱਧਰ ਜਿਹੜੇ ਸਾਡੇ ਬਜ਼ੁਰਗ ਭੈਣ ਭਰਾ ਸਭ ਬੈਠੇ ਆ ਉੱਥੇ ਕਹਿ ਕੇ ਆਈਦਾ ਵੀ ਤੁਸੀਂ ਚਲੋ। ਉਹ ਕਹਿੰਦੇ ਅਸੀਂ ਤਾਂ ਤਿਆਰ ਆ, ਕਰੋ ਜਿਹੜੇ ਵੀ ਚੀਜ਼ ਜਾਣੇ ਆ। ਕੋਈ ਟਰੈਕਟਰ ਲੈ ਜਾਣੇ ਆ, ਕਿਸੇ ਨੇ ਬੱਸ ਚੱਲ ਜਾਓ, ਕੋਈ ਗੱਡੀਆਂ 'ਚ ਆਊਗਾ। ਬਹੁਤ ਵੱਡਾ ਕਾਫਲਾ ਸਾਡਾ ਜਾਊਗਾ ਤੇ ਸਾਡੇ ਮਜ਼ਦੂਰਾਂ ਦਾ ਤਾਂ ਬਹੁਤ ਵੱਡਾ ਕਾਫਲਾ ਜਾ ਵੀ ਚੁੱਕਿਆ ਤੇ ਹੋਰ ਵੀ ਜਾਣਾ। 24 ਨੂੰ ਫਿਰ ਇੱਥੋਂ ਕਾਫਲਾ ਵੱਡਾ ਤੁਰੂਗਾ ਜੀ। ਬਹੁਤ ਵੱਡੀ ਪੱਧਰ ਤੇ ਜਾਵਾਂਗੇ, ਹਰ ਬੰਦਾ ਤੁਰੂਗਾ ਇੱਧਰ ਨੂੰ ਹੁਣ। ਹਾਂਜੀ। ਸੋ ਇਹ ਸਨ ਸਾਡੇ ਨਾਲ ਮਹਿਲਾ ਕਿਰਤਿਕ ਸਾਂਝੂ ਨੇ ਨਵਾਂਸ਼ਹਿਰ ਦੇ ਆਗੂ, ਜਿਨ੍ਹਾਂ ਨੇ ਦੱਸਿਆ ਕਿ 26 ਦੀ ਤਿਆਰੀ ਬਿਲਕੁਲ ਕੱਸੀ ਬੈਠੇ ਆ। ਅਸੀਂ 24 ਨੂੰ ਇੱਥੋਂ ਜਿਹੜਾ ਚਲੇ ਜਾਣਾ ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੀਆਂ ਜੜ੍ਹਾਂ ਹਿਲਾਉਣੀਆਂ ਹੈ, ਕਿਉਂਕਿ ਗਣਤੰਤਰ ਦਿਵਸ ਦੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਝੰਡਾ ਲਹਿਰਾਉਣਗੇ, ਰਾਸ਼ਟਰੀ ਗੀਤ ਗਾਉਣ, ਆਪਣੇ ਹਥਿਆਰਾਂ ਦੀ ਜਿਹੜੀ ਆ ਉਹ ਪ੍ਰਦਰਸ਼ਨੀ ਜਿਵੇਂ ਦਿਖਾਵਾ ਕਰਦੇ ਨੇ, ਉਵੇਂ ਸਾਡੇ ਜਿਹੜੇ ਕਿਸਾਨਾਂ ਦਾ ਹਥਿਆਰ ਜਿਹੜਾ ਟਰੈਕਟਰ ਹੈ, ਅਸੀਂ ਟਰੈਕਟਰਾਂ ਦੀ ਗੂੰਜ ਦੇ ਉੱਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਕਿਸਾਨੀ ਨਾ ਖਤਮ ਹੋਈ ਹੈ ਨਾ ਉਹਨੂੰ ਖਤਮ ਕਰ ਸਕਦਾ ਹੈ। D5 ਚੈਨਲ ਲਈ ਨਵਾਂਸ਼ਹਿਰ ਤੋਂ ਨਰਿੰਦਰ ਰੱਤੋ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।